पर डेंगी ਦੇ ਵਿੱਚ ਇੱਕ ਡਿਫਰੈਂਸ਼ੀਏਟਿੰਗ ਪੁਆਇੰਟ ਹੁੰਦਾ ਹੈ ਹੈਡੇਕ ਮੋਸਟਲੀ ਇਟ ਇਜ਼ ਫਰੰਟਲ ਹੈਡੇਕ ਪਲੱਸ ਮਸਲ ਪੇਨ ਬੋਨ ਪੇਨ ਬੋਡੀ ਏਕ ਇਹ ਡੇਂਗੀ ਦੇ ਫੀਚਰਸ ਹੁੰਦੇ ਆ ਫਲੂ ਐਂਡ ਕੋਵਿਡ ਇਜ਼ ਮੋਰ ਓਵਰਲੈਪਿੰਗ ਪੇਰੈਂਟਸ ਦੀ ਇੱਕ ਹੋਰ ਰਿਸਪੌਂਸਿਬਿਲਿਟੀ ਹੈ ਕਿ ਜੇ ਕਿਸੇ ਬੱਚੇ ਨੂੰ ਕੋਈ ਇਵਨ ਮਾਈਲਡ ਸਿੰਪਟਮ ਵੀ ਹੁੰਦੇ ਆ ਜਿਵੇਂ ਕੋਈ ਖਾਂਸੀ ਜ਼ੁਕਾਮ ਫੀਵਰ ਵਗੈਰਾ ਹੁੰਦਾ ਹੈ ਤੇ ਉਹਨੂੰ ਸਕੂਲ ਬਿਲਕੁਲ ਨਾ ਭੇਜਣ ਨੈਕਸਟ ਡੇ ਮਨ ਦੇ ਵਿੱਚੋਂ ਨਿਕਾਲ ਦਿਓ ਕਿ ਮਿਲਕ ਨਹੀਂ ਪੀ ਰਿਹਾ ਤੇ ਉਹ ਬੱਚਾ ਵੀਕ ਰਹਿ ਜਾਏਗਾ This is totally misconception. ਪਹਿਲਾਂ ਮਨੀਸ਼ਾ ਜੀ ਨੇ ਇੱਕ ਸਵਾਲ ਕੀਤਾ ਹੈ ਕਿ ਉਹਨਾਂ ਦੇ ਬੇਟੇ ਨੂੰ ਜਿਹੜਾ 2 ਦਿਨ ਤੋਂ ਫੀਵਰ ਹੋ ਰਿਹਾ ਹੈ ਤੇ 101 ਰਹਿੰਦਾ ਹੀ ਰਹਿੰਦਾ ਹੈ और उसकी हाइड्रेशन किस तरह कोई वॉमिट तो नहीं हो रही क्योंकि ये अगर सब कुछ नहीं है तो फीवर ओनली फीवर इज देयर ਜਿਹੜਾ ਕਿ ਮੈਡੀਸਨ ਨਾਲ ਉਤਰ ਜਾਂਦਾ ਹੈ तो it means it is simple viral fever ਹੈਗਾ ਤਰਨਜੀਤ ਚੰਨਾ ਜੀ ਨੇ ਉਹਨਾਂ ਦਾ ਸਵਾਲ ਹੈ ਕਿ ਵਿਟਾਮਿਨ ਡੀ ਦੀ ਜਿਹੜੀ ਹੈ ਕਿੰਨੀ ਡੋਜ਼ ਦੇਣੀ ਚਾਹੀਦੀ ਹੈ 11 ਸਾਲ ਦੇ ਬੱਚੇ ਨੂੰ ਤੇ 7 ਸਾਲ ਦੇ ਬੱਚੇ ਨੂੰ ਚੰਨਾ ਜੀ ਇਸ ਤਰ੍ਹਾਂ ਹੈ ਕਿ ਜੇ ਤੇ ਉਸਦਾ ਬੱਚਿਆਂ ਦਾ ਜੋ ਵਿਟਾਮਿਨ ਡੀ ਲੈਵਲ ਐਡਿਕੁਏਟ ਹੈ ਫਿਰ ਤੇ ਅਰਾਊਂਡ 1000 ਯੂਨਿਟ ਪਰ ਡੇ ਇਜ਼ ਐਡਿਕੁਏਟ ਯੰਕੀ ਜੀ ਨੇ ਉਹਨਾਂ ਦਾ ਸਵਾਲ ਹੈ ਕਿ ਹਮਾਰੇ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਦਿਨ ਭਰ ਖਾਂਦੇ ਰਹਿੰਦੇ ਹੈ ਬਟ ਉਹਨਾਂ ਦੀ ਸਿਹਤ ਨਹੀਂ ਬਣਦੀ ਹੈ ਮੇਨ ਇਸ ਹੈ ਕਿ ਪੇਰੈਂਟਸ ਦੀ ਐਕਸਪੈਕਟੇਸ਼ਨ ਇਜ਼ ਟੂ ਹਾਈ ਬੱਚਿਆਂ ਨੂੰ ਹੁੰਦਾ ਉਹਨਾਂ ਨੂੰ ਹੁੰਦਾ ਕਿ ਬੱਚਾ ਮੇਰਾ ਬਹੁਤ ਹੈਲਦੀ ਹੋਵੇ ਜੇ ਡਾਕਟਰ ਕਹਿੰਦਾ ਹੈ ਤੁਹਾਡਾ ਉਹਦਾ weight and height is adequate means 50th percentile ਤੇ ਆ ਰਹੀ ਹੈ ਤੇ then it is okay ਸ਼ਰਨ ਜੀ ਦਾ ਇੱਕ ਸਵਾਲ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਹੈ 2 ਸਾਲ ਦੀ ਹੋ ਗਈ ਹੈ ਬਟ ਉਹ ਜਿਹੜੀ ਹੈ ਗੱਲਾਂ ਨਹੀਂ ਕਰਦੀ ਹੈ ਅਗਰ ਬੱਚੇ ਦੀ ਹੀਅਰਿੰਗ ਨਾਰਮਲ ਹੈ ਇੰਟੈਲੀਜੈਂਸ ਇਜ਼ ਨਾਰਮਲ ਬਾਕੀ ਮਾਈਲਸਟੋਨ ਉਹਨੇ ਨਾਰਮਲ ਏਜ ਦੇ ਉੱਤੇ ਅਚੀਵ ਕੀਤੇ ਹੈ ਤੇ ਫਿਰ ਅਸੀਂ ਉਸਦਾ ਇੱਕ ਅਸੈਸਮੈਂਟ ਇੱਕ ਔਟਿਜ਼ਮ ਪ੍ਰੋਬਲਮ ਹੁੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਇਸ ਸਮੇਂ ਦੇ ਦੌਰਾਨ ਜਿੱਥੇ ਬਾਕੀ ਲੋਕੀ ਆਪਣੇ ਸਿਹਤ ਨੂੰ ਲੈ ਕੇ ਜਿਹੜੇ ਹੈ ਖਾਸ ਚਿੰਤਾ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਉੱਥੇ ਦੂਜੇ ਪਾਸੇ ਪੇਰੈਂਟਸ ਲਈ ਬੱਚਿਆਂ ਦੀ ਸਿਹਤ ਵੀ ਜਿਹੜੀ ਹੈ ਸਭ ਤੋਂ ਉੱਤੇ ਹੈ ਪੇਰੈਂਟਸ ਆਪਣੇ ਬੱਚਿਆਂ ਦੀ ਸਿਹਤ ਨੂੰ ਵੀ ਲੈ ਕੇ ਜਿਹੜੇ ਚਿੰਤਤ ਨਜ਼ਰ ਆਉਂਦੇ ਨੇ ਉਹ ਵੀ ਚਿੰਤਾ ਜਿਹੜੀ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਕਿਤੇ ਨਾ ਕਿਤੇ तमाम ਜਿਹੜੇ ਸਵਾਲ ਜਿਹੜੇ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਹੁੰਦੇ ਨੇ ਫਿਰ ਚਾਹੇ ਅਸੀਂ ਗੱਲ ਕਰੀਏ ਕਿਉਂਕਿ थर्ड वेव जो कोविड की गल हो रही है उसनू भी लैके चर्चा हो रही है उस तो इलावा सीजन जिस हिसाब नाल बदल रहा है वायरल ते डेंगी का भी डर लगातार जिहड़ा है पेरेंट्स नू सता रहा है ते अज जिहड़े असीं गलबात करांगे बच्चों के माहर डॉक्टर राजीव वर्मा साडे नाल मौजूद ने ते कल जो असीं पोस्ट भी पाई सी लोकां दे मन दे विच जो भी सवाल सी उन्होंने कॉमेंट सैक्शन दे विच जाके बड़े सारे कॉमेंट कीते असीं उन्हां सवालां ते भी जिहड़ी है जरूर चर्चा करांगे चाइल्ड स्पैशलिस्ट डॉक्टर राजीव वर्मा जी नाल सब तो पहला मौजूद ने सर बहुत बहुत स्वागत है तुहाडा साडे चैनल ਵੈਲਕਮ सर सब तो पहला जे असीं शुरुआत करिए आपां जो पेरेंट्स के कॉमेंट आए ने उस ते बाद ते जावांगे पर सब तो पहला जो सीजन बदल रहा है तो सीजन बदलने दे नाल ही वायरल डेंगी नूं भी लैके बहुत ज़्यादा हो रहा है कि डेंगी के केसिस सामने आ रहे हैं तो कोविड की थर्ड वेव का लैके तो डर बनया ही होया लगातार फिलहाल हले हालात जिहड़े ने काफ़ी अंडर कंट्रोल ने सही ने पर जो डर है वो पेरेंट्स नूं लगातार सता रहा है तो सर सिम्पटम्स की जे गल करिए किवें मतलब पेरेंट्स जिहड़े ने आइडेंटिफाई करन क्योंकि ऑलमोस्ट सिम्पटम्स जिहड़े शुरुआत तो ही असीं सुनते आ रहे कि ऑलमोस्ट सेम ही ने सिम्पटम्स ते किस तरीके नाल आइडेंटिफाई करके उसका जो ट्रीटमेंट है वो शुरू करवाया जा सकता है देखो सिम्पटम्स ਦੇ ਵਿੱਚ ਇਸ ਤਰ੍ਹਾਂ ਕਿ ਫੀਵਰ ਇਜ਼ ਬੇਸਿਕਲੀ ਕਾਮਨ ਇਨ ਆਲ ਦਾ ਡਿਜ਼ੀਜ਼ਸ ਵੈਦਰ ਇਟ ਇਜ਼ ਕੋਵਿਡ ਫਲੂ ਜਾਂ ਡੇਂਗੀ ਪਰ ਇਸ 'ਚ ਕੀ ਹੁੰਦਾ ਡੇਂਗੀ 'ਚ ਇਟ ਇਜ਼ ਨਾਰਮਲੀ ਹਾਈ ਗ੍ਰੇਡ ਫੀਵਰ ਜਸਟ 103 104 ਤੱਕ ਚਲਾ ਜਾਂਦਾ ਹੈ ਜਿਹੜਾ ਫਲੂ ਦੇ ਵਿੱਚ 102 ਤੱਕ ਚਲਾ ਜਾਂਦਾ ਕੋਵਿਡ 'ਚ ਵੀ 102 101 ਤੱਕ ਹੁੰਦਾ ਤੇ ਕੋਵਿਡ ਦੇ ਵਿੱਚ ਇੱਕ ਹੋਰ ਕਫ ਵਗੈਰਾ ਜ਼ਰੂਰੀ ਹੁੰਦੀ ਹੈ ਜਿਹੜੀ ਕਿ ਫਲੂ ਦੇ ਵਿੱਚ ਨੋਜ਼ ਰਨਿੰਗ ਜ਼ਿਆਦਾ ਹੁੰਦਾ ਹੈ ਡੇਂਗੀ ਵਿੱਚ ਇਟ ਇਜ਼ ਨੋਟ ਜ਼ਰੂਰੀ ਬੇਸਿਕਲੀ ਇਹ ਜ਼ਰੂਰੀ ਨਹੀਂ ਹੁੰਦਾ ਡੇਂਗੀ ਦੇ ਵਿੱਚ ਕਫ ਜਾਂ ਕੋਲਡ ਵਗੈਰਾ ਹੋਵੇ ਪਰ ਡੇਂਗੀ ਦੇ ਵਿੱਚ ਇੱਕ ਡਿਫਰੈਂਸ਼ੀਏਟਿੰਗ ਪੁਆਇੰਟ ਹੁੰਦਾ ਹੈ ਹੈਡੇਕ ਮੋਸਟਲੀ ਇਟ ਇਜ਼ ਫਰੰਟਲ ਹੈਡੇਕ ਮੱਥੇ 'ਤੇ ਬੇਸਿਕਲੀ ਹੈਡੇਕ ਹੁੰਦੀ ਹੈ ਪਲੱਸ ਅੱਖਾਂ ਦੇ ਪਿੱਛੇ ਹੈਡੇਕ ਪੇਨ ਉਹ ਬੜਾ ਇੱਕ ਪੈਕੂਲੀਅਰ ਫੀਚਰ ਹੈ ਪਲੱਸ ਮਸਲ ਪੇਨ ਬੋਨ ਪੇਨ ਬੋਡੀ ਏਕ ਇਹ ਡੇਂਗੀ ਦੇ ਫੀਚਰਸ ਹੁੰਦੇ ਆ ਫਲੂ ਦੇ ਵਿੱਚ ਬੇਸਿਕਲੀ ਵੀਕਨੈਸ ਤੇ ਹੁੰਦੀ ਹੈ ਵੀਕਨੈਸ ਸਾਰਿਆਂ 'ਚ ਹੀ ਹੁੰਦੀ ਹੈ ਤਿੰਨਾਂ 'ਚ ਵੀਕਨੈਸ ਇਜ਼ ਦੇਅਰ ਪਰ ਡੇਂਗੀ ਦੇ ਵਿੱਚ ਵੀਕਨੈਸ ਇਜ਼ ਮੋਰ ਪ੍ਰੋਨਾਊਂਸਡ ਫਲੂ ਐਂਡ ਕੋਵਿਡ ਇਜ਼ ਮੋਰ ਓਵਰਲੈਪਿੰਗ ਕੋਵਿਡ ਦੇ ਵਿੱਚ ਰੈਸਪੀਰੇਟਰੀ ਡਿਸਟ੍ਰੈਸ ਵਗੈਰਾ ਜਿਸ ਤਰ੍ਹਾਂ ਕਈ ਵਾਰ ਤੀਜੇ ਚੌਥੇ ਦਿਨ ਅਪੇਅਰ ਹੋ ਜਾਂਦਾ ਵਾ ਫਲੂ ਬੇਸਿਕਲੀ ਸੈਲਫ ਲਿਮਿਟ all are basically viral illnesses and self limiting illness ਅਗਰ ਪ੍ਰੋਪਰਲੀ ਮੈਨੇਜ ਕੀਤਾ ਜਾਏ ਐਂਡ ਇਹਨਾਂ ਦੇ ਵਿੱਚ ਬੇਸਿਕਲੀ ਕੀ ਪੇਰੈਂਟਸ ਦਾ ਕੀ ਜੋ ਹੈਗਾ ਕਿ ਉਹਨਾਂ ਨੇ ਜੋ
ਡੇਂਜਰ ਸਾਈਨਸ ਅਰਲੀ ਪਿਕ ਕਰਨੇ ਆ ਸੋ ਦੈਟ ਜੋ ਬੇਬੀ ਨੂੰ ਉਹਨੂੰ ਐਟ ਦ ਅਰਲੀਐਸਟ ਹਸਪੀਟਲ ਕੇਅਰ ਦਿੱਤੀ ਜਾਵੇ ਜੇ ਕੋਈ ਡੇਂਜਰ ਸਾਈਨ ਅਪੇਅਰ ਹੁੰਦਾ ਵਾ। ਤੇ ਸਰ ਇਸ ਟਾਈਮ ਤੇ ਬੱਚਿਆਂ ਦੇ ਵਿੱਚ ਦੇਖਿਆ ਜਾਵੇ ਤੁਹਾਡੇ ਕੋਲ ਕਿਹੋ ਜਿਹੇ ਕੇਸ ਜ਼ਿਆਦਾ ਸਾਹਮਣੇ ਆ ਰਹੇ ਨੇ? ਫਲੂ ਦੇ ਆ ਰਹੇ ਨੇ, ਡੇਂਗੀ ਦੇ ਆ ਰਹੇ ਨੇ, ਕੋਵਿਡ ਦਾ ਕੁਝ ਇਦਾਂ ਦਾ ਕੋਈ ਕੇਸ ਆਇਆ, ਮਤਲਬ ਕਿਹੋ ਜਿਹੇ ਕੇਸਿਸ ਜ਼ਿਆਦਾ ਆ ਰਹੇ ਨੇ? ਪਿਛਲੇ 15 ਦਿਨਾਂ ਦੇ ਵਿੱਚ ਕੋਵਿਡ ਦੇ ਅਸੀਂ ਐਟਲੀਸਟ 5-6 ਟੈਸਟ ਕਰਵਾਇਆ ਜਿਹੜੇ ਸਸਪੈਕਟਡ ਸੀ ਪਰ ਉਹ ਨੈਗੇਟਿਵ ਨਿਕਲਿਆ ਤੇ ਮੋਸਟ ਆਫ ਦਾ ਟਾਈਮ ਇਟ ਇਜ਼ ਜਨਰਲ ਫਲੂ ਐਂਡ ਡੇਂਗੀ ਵੀ ਇੱਕ ਦੋ ਕੇਸਿਸ ਦੇ ਵਿੱਚ ਮਤਲਬ ਜਸਟ ਸਸਪੈਕਟਡ ਡੇਂਗੀ ਸੀ ਪਰ ਉਹ ਟੈਸਟਾਂ ਦੇ ਵਿੱਚ ਉਹ ਵੀ ਨੈਗੇਟਿਵ ਆਇਆ। ਪਰ ਓਵਰਆਲ ਜੋ ਅਸੀਂ ਦੇਖਿਆ ਜਾਂ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਨੂੰ ਪੇਪਰ ਤੋਂ ਪਤਾ ਚੱਲਦਾ ਹੈ ਪਰ ਸਮ ਕੇਸਿਸ ਆਰ ਨਾਓ ਇਨਕਰੀਜ਼ਿੰਗ ਡੇਂਗੀ ਦੇ। ਸਰ ਜੋ ਫਿਲਹਾਲ ਬੱਚਿਆਂ ਦੇ ਲਈ ਸਕੂਲ ਖੋਲ੍ਹੇ ਗਏ, ਛੋਟੇ ਬੱਚੇ ਵੀ ਸਕੂਲ ਜਾ ਰਹੇ ਨੇ, ਵੱਡੇ ਬੱਚੇ ਵੀ ਸਕੂਲ ਜਾ ਰਹੇ ਨੇ, ਪੇਰੈਂਟਸ ਵੀ ਜਿਹੜਾ ਮਨ ਬਣਾ ਕੇ ਆਪਣੇ ਬੱਚਿਆਂ ਨੂੰ ਸਕੂਲ ਤਾਂ ਭੇਜ ਰਹੇ ਨੇ, ਪਰ ਜਿਹੜਾ ਡਰ ਹੈ ਉਹ ਪੇਰੈਂਟਸ ਨੂੰ ਲਗਾਤਾਰ ਬਣਿਆ ਰਹਿੰਦਾ ਹੈ ਕਿ ਉਹ ਸੋਚਦੇ ਨੇ ਕਿ ਬੱਚੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਜਾਏ। ਤੇ ਇਸ ਟਾਈਮ ਦੇ ਦੌਰਾਨ ਬੱਚਿਆਂ ਦਾ ਬਚਾਅ ਵੀ ਕਿਵੇਂ ਕੀਤਾ ਜਾ ਸਕਦਾ ਹੈ? ਡੇਂਗੀ ਤੋਂ ਵੀ ਬਚੇ ਰਹਿਣ, ਵਾਇਰਲ ਫਲੂ ਵੀ ਜਿਹੜਾ ਹੈ ਤੇ ਉਸ ਦੇ ਨਾਲ ਹੀ ਕੋਵਿਡ ਤੋਂ ਵੀ ਜਿਹੜਾ ਉਹਨਾਂ ਨੂੰ ਬਚਾਇਆ ਜਾ ਸਕੇ। ਬੇਸਿਕਲੀ ਜੋ ਪੇਰੈਂਟਸ ਦੀ ਰਿਸਪੌਂਸਿਬਿਲਟੀ ਹੈ ਕਿ ਬੱਚਿਆਂ ਨੂੰ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਸਿਖਾਉਣਾ ਹੈ, ਜਿਸ ਤਰ੍ਹਾਂ ਕਿ ਹੈਂਡ ਸੈਨੀਟਾਈਜ਼ੇਸ਼ਨ, ਮਾਸਕ ਲਗਾਉਣਾ ਪਲੱਸ ਸੋਸ਼ਲ ਡਿਸਟੈਂਸਿੰਗ ਕਰਨਾ। ਮਾਸਕ ਐਕਚੁਅਲੀ ਫਲੂ ਨੂੰ ਵੀ ਪ੍ਰੀਵੈਂਟ ਕਰਦਾ ਹੈ, ਕੋਵਿਡ ਐਂਡ ਫਲੂ ਦੋਨਾਂ ਨੂੰ ਪ੍ਰੀਵੈਂਟ ਕਰਦਾ ਹੈ। ਤੇ ਸੈਕੰਡਲੀ ਪਲੱਸ ਪੇਰੈਂਟਸ ਦੀ ਇੱਕ ਹੋਰ ਰਿਸਪੌਂਸਿਬਿਲਟੀ ਹੈ ਕਿ ਜੇ ਕਿਸੇ ਬੱਚੇ ਨੂੰ ਕੋਈ ਇਵਨ ਮਾਈਲਡ ਸਿੰਪਟਮ ਵੀ ਹੁੰਦੇ, ਜਿਸ ਤਰ੍ਹਾਂ ਕੋਈ ਖਾਂਸੀ ਜ਼ੁਕਾਮ ਫੀਵਰ ਵਗੈਰਾ ਹੁੰਦਾ ਹੈ ਤੇ ਉਹਨੂੰ ਸਕੂਲ ਬਿਲਕੁਲ ਨਾ ਭੇਜਣ ਨੈਕਸਟ ਡੇ। ਪਲੱਸ ਹੋਮ ਜਿਸ ਤਰ੍ਹਾਂ ਹੋਮ ਕੇਅਰ ਫਸਟ 1-2 ਦਿਨ ਤੇ ਹੋਮ ਕੇਅਰ ਕੀਤੀ ਜਾ ਸਕਦੀ ਹੈ, ਜਸਟ ਨਿਊਟ੍ਰੀਸ਼ਨ ਅੱਛੀ ਦੇ ਦਿਓ, ਹਾਈਡਰੇਸ਼ਨ ਅੱਛੀ ਹੋਵੇ, ਫੀਵਰ ਹੋਵੇ ਤਾਂ ਪੈਰਾਸਟਾਮੋਲ ਵਗੈਰਾ ਦੇ ਦਿਓ। ਹੋਰ ਕੋਈ ਮੇਜਰ ਦਵਾਈ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਪਹਿਲੇ 1-2 ਦਿਨ, ਕਿਉਂਕਿ ਨਾ ਕੋਵਿਡ 'ਚ ਜ਼ਰੂਰਤ ਪੈਂਦੀ ਹੈ, ਨਾ ਫਲੂ 'ਚ ਕੋਈ ਜ਼ਰੂਰਤ ਪੈਂਦੀ ਹੈ, ਨਾ ਕੋਈ ਡੇਂਗੀ 'ਚ। ਫਸਟ 1-2 ਦਿਨ ਜਸਟ ਘਰ ਮੈਨੇਜ ਕੀਤਾ ਜਾ ਸਕਦਾ ਹੈ। ਮੇਨ ਹੈ ਹਾਈਡਰੇਸ਼ਨ ਅੱਛੀ ਹੋਵੇ, ਬੱਚਾ ਰੈਸਟ ਕਰੇ, ਨਿਊਟ੍ਰੀਸ਼ਨ ਅੱਛੀ ਹੋਵੇ ਤੇ ਮੈਨੇਜ ਹੋ ਸਕਦੇ ਆ। ਤੇ ਉਹਨੂੰ ਸਕੂਲ ਬਿਲਕੁਲ ਨਹੀਂ ਭੇਜਣਾ। ਅਸਾਂ ਟਿਊਸ਼ਨ ਬੱਚੇ ਭੇਜ ਦਿੰਦੇ ਆ। ਪੇਰੈਂਟਸ ਦਾ ਕੀ ਦੇਖਿਆ ਗਿਆ ਕਿ ਸਕੂਲ ਨਹੀਂ ਭੇਜਦੇ ਪਰ ਟਿਊਸ਼ਨ 'ਤੇ ਭੇਜ ਦਿੰਦੇ ਆ। ਟਿਊਸ਼ਨ 'ਤੇ ਵੀ ਇੱਕੋ ਹੀ ਗੱਲ ਹੈ, ਉੱਥੇ ਹੋਰ ਬੱਚੇ 15-20 ਬੱਚੇ ਆਏ ਹੋਣਗੇ ਤੇ ਉਹਨਾਂ ਨੂੰ ਇਨਫੈਕਸ਼ਨ, ਕ੍ਰੋਸ ਇਨਫੈਕਸ਼ਨ ਹੋਣ ਦੇ ਚਾਂਸਸ ਪੂਰੇ ਹੁੰਦੇ ਆ। ਤੇ ਸਰ ਇਸ ਦੇ ਨਾਲ ਹੀ ਜੋ ਕੱਲ ਅਸੀਂ ਪੋਸਟ ਵੀ ਪਾਈ ਸੀ ਕਿ ਤੁਹਾਡੇ ਨਾਲ ਗੱਲਬਾਤ ਹੋਣੀ ਹੈ, ਲੋਕਾਂ ਦਾ ਜਿਹੜਾ ਉਸ ਤੇ ਬਹੁਤ ਸਾਰੇ ਕਮੈਂਟਸ ਆਏ ਨੇ, ਬੜੀ ਸਾਰੀ ਦਿੱਕਤਾਂ ਪਰੇਸ਼ਾਨੀਆਂ, ਬੱਚਿਆਂ ਦੀ ਸਿਹਤ ਤੋਂ ਸੰਬੰਧਿਤ ਉਹਨਾਂ ਨੇ ਆਪਣੇ ਡਾਊਟਸ ਵੀ ਕਲੀਅਰ ਕਰਨੇ। ਹੁਣ ਉਹਦੇ ਤੇ ਜ਼ਰੂਰ ਮੈਂ ਗੱਲਬਾਤ ਕਰੂੰਗੀ। ਸਭ ਤੋਂ ਪਹਿਲਾਂ ਮਨੀਸ਼ਾ ਜੀ ਨੇ ਇੱਕ ਸਵਾਲ ਕੀਤਾ ਹੈ ਕਿ ਉਹਨਾਂ ਦੇ ਬੇਟੇ ਨੂੰ ਜਿਹੜਾ 2 ਦਿਨ ਤੋਂ ਫੀਵਰ ਹੋ ਰਿਹਾ ਹੈ ਤੇ 101 ਰਹਿੰਦਾ ਹੀ ਰਹਿੰਦਾ ਹੈ ਫੀਵਰ, ਤੇ ਜਦ ਮੈਡੀਸਿਨ ਲੈਂਦੇ ਆ, ਮੈਡੀਸਿਨ ਦਾ ਅਸਰ ਜਿਹੜਾ ਖਤਮ ਹੋ ਜਾਂਦਾ ਹੈ ਤੇ ਫਿਰ ਤੋਂ ਫੀਵਰ ਹੋ ਜਾਂਦਾ ਹੈ, ਤੇ ਅਖੀਰਕਾਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਮਨੀਸ਼ਾ ਜੀ ਦਾ ਸਵਾਲ ਹੈ। ਮਨੀਸ਼ਾ ਜੀ ਨੇ ਵਿੱਚ ਇਹ ਨਹੀਂ ਲਿਖਿਆ ਕਿ ਫੀਵਰ ਤੋਂ ਇਲਾਵਾ ਉਹਨੂੰ ਕੋਈ ਹੋਰ ਸਿੰਪਟਮ ਤਾਂ ਨਹੀਂ ਹੈਗੇ, ਕੋਈ ਖਾਂਸੀ ਜ਼ੁਕਾਮ, ਬੋਡੀ ਏਕ, ਹੈਡੇਕ ਤਾਂ ਨਹੀਂ ਹੋ ਰਹੀ, ਔਰ ਉਸਦੀ ਹਾਈਡਰੇਸ਼ਨ ਕਿਸ ਤਰ੍ਹਾਂ, ਕੋਈ ਵੋਮਿਟ ਤਾਂ ਨਹੀਂ ਹੋ ਰਹੀ। ਕਿਉਂਕਿ ਇਹ ਅਗਰ ਸਭ ਕੁਝ ਨਹੀਂ ਹੈ ਤਾਂ ਫੀਵਰ ਓਨਲੀ ਫੀਵਰ ਇਜ਼ ਦੇਅਰ ਜਿਹੜਾ ਕਿ ਮੈਡੀਸਨ ਨਾਲ ਉਤਰ ਜਾਂਦਾ ਹੈ, ਤਾਂ ਇਟ ਮੀਨਸ ਇਟ ਇਜ਼ ਸਿੰਪਲ ਵਾਇਰਲ ਫੀਵਰ ਹੈਗਾ। ਇਟ ਕੈਨ ਬੀ ਮਾਈਨਰ ਫਾਰਮ ਆਫ ਫਲੂ, ਨਾਰਮਲੀ 3-4 ਡੇਜ਼ ਠੀਕ ਹੋ ਜਾਂਦਾ ਹੈ। ਤੇ ਜਦੋਂ ਫੀਵਰ ਆਵੇ ਤੁਸੀਂ ਪੈਰਾਸਟਾਮੋਲ ਵਗੈਰਾ ਦੇ ਸਕਦੇ ਹੋ। ਤੇ ਇਟ ਸ਼ੁਡ ਨੋਟ ਬੀ ਰਿਪੀਟਡ ਬਿਫੋਰ 6 ਆਵਰ। ਅਗਰ ਸਪੋਜ਼ ਫੀਵਰ 6 ਘੰਟੇ ਬਾਅਦ ਆਉਂਦਾ ਹੈ ਤਾਂ ਰਿਪੀਟ ਪੈਰਾਸਟਾਮੋਲ। ਐਂਡ ਇਨ ਕੇਸ ਅਗਰ ਫੀਵਰ 8 ਘੰਟੇ ਬਾਅਦ ਆਉਂਦਾ ਤਾਂ 8 ਘੰਟੇ ਬਾਅਦ ਦਿਓ, ਇਹ ਨਹੀਂ ਕਿ ਜ਼ਰੂਰੀ 6 ਘੰਟੇ ਬਾਅਦ ਦੇਣੀ ਹੈ। ਮੇਨ ਹਾਈਡਰੇਸ਼ਨ ਉਸਦਾ ਅੱਛਾ ਰੋਲ, ਓਰਲ ਇਨਟੇਕ ਅੱਛੀ ਹੋਣੀ ਚਾਹੀਦੀ ਹੈ। ਕੋਕੋਨਟ ਵਾਟਰ ਦੇ ਦਿੱਤਾ, ਨਮਕ ਚੀਨੀ ਵਾਲਾ ਘੋਲ ਬਣਾ ਕੇ ਦੇ ਦਿੱਤਾ, ਸਿੰਪਲ ਪਾਣੀ ਦੇ ਦਿੱਤਾ, ਲੱਸੀ ਵਗੈਰਾ ਦੇ ਸਕਦੇ ਹੋ ਅਗਰ ਬੱਚੇ ਦੀ ਏਜ ਅਕੋਰਡਿੰਗਲੀ ਹੈਗੀ ਹੈ। ਤੇ ਵੇਟ ਫॉर 1 more days ਅਗਰ ਨਹੀਂ ਹੁੰਦਾ ਤਾਂ ਫਿਰ ਆਪਣੇ ਡਾਕਟਰ ਨੂੰ, ਕੰਸਰਨ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ। ਸਰ ਇਸ ਦੇ ਨਾਲ ਇੱਕ ਤਰਨਜੀਤ ਚੰਨਾ ਜੀ ਨੇ, ਉਹਨਾਂ ਦਾ ਸਵਾਲ ਹੈ ਕਿ ਵਿਟਾਮਿਨ ਡੀ ਦੀ ਜਿਹੜੀ ਹੈ ਕਿੰਨੀ ਡੋਜ਼ ਦੇਣੀ ਚਾਹੀਦੀ ਹੈ 11 ਸਾਲ ਦੇ ਬੱਚੇ ਨੂੰ ਤੇ 7 ਸਾਲ ਦੇ ਬੱਚੇ ਨੂੰ? ਮਤਲਬ ਇਹਨਾਂ ਕਿ ਜੇ ਅਗਰ ਬੱਚੇ ਦੀ ਏਜ ਹੋਵੇ ਤਾਂ ਉਸਨੂੰ ਵਿਟਾਮਿਨ ਡੀ ਦੀ ਕਿੰਨੀ ਕੁ ਡੋਜ਼ ਜਿਹੜੀ ਹੈ ਦੇਣੀ ਚਾਹੀਦੀ ਹੈ? ਚੰਨਾ ਜੀ ਇਸ ਤਰ੍ਹਾਂ ਹੈ ਕਿ ਜੇ ਤੇ ਉਸਦਾ ਬੱਚਿਆਂ ਦਾ ਜੋ ਵਿਟਾਮਿਨ ਡੀ ਲੈਵਲ ਐਡਿਕੁਏਟ ਹੈ ਫਿਰ ਤੇ ਅਰਾਊਂਡ 1000 ਯੂਨਿਟ ਪਰ ਡੇ ਇਜ਼ ਐਡਿਕੁਏਟ। ਜੇ ਉਹਨਾਂ 'ਚ ਡੈਫੀਸ਼ੀਐਂਸੀ ਹੈਗੀ ਹੈ, ਜਿਸ ਤਰ੍ਹਾਂ ਬਲੱਡ ਟੈਸਟ ਕਰਾਓ ਤੇ ਉਸ 'ਚ ਡੈਫੀਸ਼ੀਐਂਸੀ ਆਉਂਦੀ ਹੈ, ਫਿਰ ਬਲਕ ਡੋਜ਼ਿਸ ਹੁੰਦੀਆਂ, ਇਸ ਤਰ੍ਹਾਂ 60000 ਦੇ ਨੈਨੋ ਸ਼ੋਟਸ ਆਉਂਦੇ ਆ, ਪਲੱਸ ਸੈਸ਼ੇ ਵਗੈਰਾ ਆਉਂਦੇ ਆ। ਉਹ ਫਿਰ ਅਕੋਰਡਿੰਗਲੀ ਡਾਕਟਰ ਵਿਲ ਡਿਸਾਈਡ ਕਿ ਉਹਨੂੰ ਬਲਕ ਡੋਜ਼ ਚਾਹੀਦੀ ਹੈ ਜਾਂ ਮੇਨਟੇਨੈਂਸ ਡੋਜ਼ ਇਜ਼ ਅਰਾਊਂਡ 1000 ਯੂਨਿਟ ਬੱਚਿਆਂ ਦੇ ਵਿੱਚ। ਅਡਲਟਸ 2000 ਯੂਨਿਟਸ ਹੁੰਦੀ ਹੈ ਪਰ ਡੇ। ਤੇ ਸਰ ਇਸ ਦੇ ਨਾਲ ਹੀ ਇੱਕ ਯੰਕੀ ਜੀ ਨੇ, ਉਹਨਾਂ ਦਾ ਸਵਾਲ ਹੈ ਕਿ ਹਮਾਰੇ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਦਿਨ ਭਰ ਖਾਂਦੇ ਰਹਿੰਦੇ ਹੈ ਬਟ ਉਹਨਾਂ ਦੀ ਸਿਹਤ ਨਹੀਂ ਬਣਦੀ ਹੈ ਤੇ ਖਾਂਦੇ ਪੀਂਦੇ ਵੀ ਡਬਲ ਨੇ, ਪਰ ਖਾਂਦੇ ਪੀਂਦੇ ਨੇ ਪਰ ਡਬਲ ਪਤਲੇ ਨੇ। ਕੁਝ ਜ਼ਰੂਰ ਦੱਸੋ ਤੁਸੀਂ ਇਸ ਦੇ ਬਾਰੇ, ਕਿਉਂਕਿ ਇਹ ਤਾਂ ਜ਼ਿਆਦਾਤਰ ਅਕਸਰ ਕਈ ਵਾਰੀ ਪੇਰੈਂਟਸ ਦੇ ਮੂੰਹ ਚੋਂ ਇਹੋ ਜਿਹੀ ਗੱਲ ਨਿਕਲਦੀ ਹੈ ਕਿ ਬੱਚੇ ਖਾਂਦੇ ਵੀ ਹੈ ਪਰ ਉਹਨਾਂ ਦੀ ਸਿਹਤ ਨਹੀਂ ਬਣਦੀ ਹੈ, ਤੇ ਇਸ ਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ? ਯੰਕੀ ਜੀ ਇਹ ਮੇਰੇ ਕੋਲ ਜਿਹੜਾ ਓਪੀਡੀ ਵਿੱਚ ਮੈਕਸਿਮਮ ਇਹੋ ਕੁਐਸਚਨਸ ਹੁੰਦੇ ਆ ਕਿ ਬੱਚਾ ਮੇਰਾ ਕਮਜ਼ੋਰ ਹੈਗਾ, ਜਦ ਕਿ ਬੱਚੇ ਦਾ ਅਸੀਂ ਜੋ ਵੇਟ ਕਰਨੇ ਆ ਤੇ ਉਹ ਨਾਰਮਲ ਵੇਟ ਤੋਂ 10% ਜ਼ਿਆਦਾ, 20% ਜ਼ਿਆਦਾ ਹੁੰਦਾ। ਮੇਨ ਇਸ ਹੈ ਕਿ ਪੇਰੈਂਟਸ ਦੀ ਐਕਸਪੈਕਟੇਸ਼ਨ ਇਜ਼ ਟੂ ਹਾਈ। ਬੱਚਿਆਂ ਨੂੰ ਹੁੰਦਾ, ਉਹਨਾਂ ਨੂੰ ਹੁੰਦਾ ਕਿ ਬੱਚਾ ਮੇਰਾ
ਬਹੁਤ ਹੈਲਦੀ ਹੋਵੇ, ਜਿਸ ਤਰ੍ਹਾਂ ਉਸਦਾ ਕੋਈ ਕਜ਼ਨ ਹੈਲਦੀ ਹੈ ਜਾਂ ਉਸਦਾ ਕੋਈ ਫਰੈਂਡ ਬਹੁਤ ਹੈਲਦੀ ਹੈ, ਉਹ ਚਾਹੇ ਓਵਰਵੇਟ ਹੋਣ, ਓਬਿਸਿਟੀ ਹੋਵੇ ਉਹਨੂੰ, ਪਰ ਪੇਰੈਂਟਸ ਨੂੰ ਹੁੰਦਾ ਹੈ ਮੇਰਾ ਬੱਚਾ ਵੀ ਉਹੋ ਜਿਹਾ ਹੋਵੇ। ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਉਸਦਾ weight, ਜਿਸ ਤੋਂ ਤੁਸੀਂ ਡਾਕਟਰ ਤੋਂ ਜਾਣਦੇ ਹੋ, ਉਹਨਾਂ ਨੂੰ ਕਹੋ ਤੁਸੀਂ ਇਸਦਾ weight ਦੱਸੋ ਐਡਿਕੁਏਟ ਹੈ ਜਾਂ ਘੱਟ ਹੈ। ਜੇ ਡਾਕਟਰ ਕਹਿੰਦਾ ਤੁਹਾਡਾ ਉਸਦਾ weight ਐਂਡ ਹਾਈਟ ਇਜ਼ ਐਡਿਕੁਏਟ, ਮੀਨਸ 50th percentile ਤੇ ਆ ਰਹੀ ਹੈ, ਤੇ ਦੈਨ ਇਟ ਇਜ਼ ਓਕੇ। ਫਿਰ ਆਈ ਥਿੰਕ ਕਾਉਂਸਲਿੰਗ ਪੇਰੈਂਟਸ ਦੀ ਹੋਣੀ ਚਾਹੀਦੀ ਹੈ ਇਸ ਦੇ ਵਿੱਚ। ਪੇਰੈਂਟਸ ਦੀ ਕਾਉਂਸਲਿੰਗ ਮੀਨਸ ਕਿ ਬੱਚਾ ਨੋਰਮਲ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਓਬੇਸਿਟੀ ਇਜ਼ ਮੋਰ ਕਾਮਨ ਦੈਨ ਦਾ ਅੰਡਰ ਨਿਊਟ੍ਰੀਸ਼ਨ, ਜਿਹੜਾ ਕਿ ਡੇਂਜਰਸ ਅਗੇਲੇ ਜਨਰੇਸ਼ਨ ਵਾਸਤੇ ਬਹੁਤ ਡੇਂਜਰਸ ਚੀਜ਼ ਹੈ। ਇਸ ਦੇ ਨਾਲ ਸਰ ਕਈ ਪੇਰੈਂਟਸ ਇਹ ਵੀ ਸਵਾਲ ਰਹਿੰਦੇ, ਇੱਕ ਇਹੋ ਜਿਹਾ ਸਵਾਲ ਪੰਕਜ ਸ਼ਰਮਾ ਜੀ ਵੱਲੋਂ ਵੀ ਕੀਤਾ ਗਿਆ ਕਿ ਮੇਰੇ ਬੇਟੇ ਦੀ ਜਿਹੜੀ ਹੈ ਹਾਈਟ ਨਹੀਂ ਵੱਧ ਰਹੀ ਹੈ, ਤੇ ਇਸ ਦੇ ਬਾਰੇ ਜ਼ਰੂਰ ਕੁਝ ਹਾਈਟ ਜਿਹੜਾ ਵਧਾਉਣ ਲਈ ਕੀ ਮਤਲਬ ਕਿ ਡਾਈਟ ਕੁਝ ਇਹੋ ਜਿਹੀ ਦੇਣੀ ਚਾਹੀਦੀ ਹੈ ਜਾਂ ਕੁਝ ਬਾਕੀ ਚੀਜ਼ਾਂ, ਤੇ ਕਿਸ ਚੀਜ਼ ਦੇ ਵੱਲ ਜਿਹੜਾ ਖਾਸ ਧਿਆਨ ਦੇਣਾ ਚਾਹੀਦਾ ਹੈ? ਪੰਕਜ ਜੀ, ਇਸ ਤਰ੍ਹਾਂ ਕਿ ਹਾਈਟ ਜਿਹੜਾ ਹੁੰਦਾ 80% ਤੱਕ ਤੇ ਇਟ ਇਜ਼ ਜੈਨੇਟਿਕਲੀ ਆਲਰੇਡੀ ਡਿਸਾਈਡਡ ਡਿਪੈਂਡਿੰਗ ਔਨ ਦਾ ਪੇਰੈਂਟਸ ਹਾਈਟ। ਉਹ ਅਸੀਂ ਮਦਰ ਪੇਰੈਂਟ ਦੀ ਹਾਈਟ ਕੈਲਕੂਲੇਟ ਕਰਕੇ ਵੀ ਕੈਨ ਪ੍ਰੈਡਿਕਟ ਦਾ ਟੂ ਸਮ ਲੈਵਲ ਬੱਚੇ ਦੀ ਹਾਈਟ ਕਿੰਨੀ ਹੋਣੀ ਹੈ। ਤੇ ਜੇ ਤੇ ਬੱਚੇ ਦੀ ਹਾਈਟ ਅਕੋਰਡਿੰਗ ਟੂ ਪੇਰੈਂਟਸ ਪੋਟੈਂਸ਼ੀਅਲ ਦੇ ਨਾਲ ਚੱਲ ਰਹੀ ਹੈ, ਫਿਰ ਤੇ ਇਸ ਦਾ ਮਤਲਬ ਚਾਹੇ ਵੇਟ ਘੱਟ ਹਾਈਟ ਘੱਟ ਹੈ, ਪਰ ਹੀ ਵਿਲ ਗੇਨ ਅਲਟੀਮੇਟਲੀ ਜੋ ਪੇਰੈਂਟਸ ਦੀ ਪੋਟੈਂਸ਼ੀਅਲ ਹਾਈਟ ਹੈਗੀ ਹੈ। ਪਰ ਸਟਿਲ ਇਸ ਤੋਂ ਇਲਾਵਾ ਕੁਝ ਡਿਜ਼ੀਜ਼ਸ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਸ ਹਾਈਟ ਘੱਟ ਹੋਣ ਦੇ ਚਾਂਸ ਹੁੰਦੇ, ਜਿਸ ਤਰ੍ਹਾਂ ਇੱਕ ਵੀਟ ਐਲਰਜੀ ਟੈਸਟ, ਇੱਕ ਕੋਈ ਥਾਇਰਾਇਡ ਦੀ ਜਿਸ ਦੇ ਵਿੱਚ ਕਈ ਪ੍ਰੋਬਲਮ ਹੁੰਦੀ ਹੈ, 2-3 ਜਾਂ ਗਰੋਥ ਹਾਰਮੋਨ ਡੈਫੀਸ਼ੀਐਂਸੀ ਹੁੰਦੀ ਹੈ, ਉਹ ਸਾਨੂੰ ਬੇਬੀ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਹਨਾਂ 'ਚ ਕੋਈ ਸਿੰਪਟਮ ਤਾਂ ਨਹੀਂ ਹੈਗੇ ਜਿਹੜੇ ਕਿ ਟ੍ਰੀਟੇਬਲ ਹੈਗੇ ਆ, ਯੂ ਕੈਨ ਸੇ। ਔਰ ਅਦਰਵਾਈਜ਼ ਫਿਰ ਜੇ ਪੇਰੈਂਟਸ ਦੀ ਹਾਈਟ ਐਡਿਕੁਏਟ ਹੈ, ਅੱਛੀ ਹੈ, ਤੇ ਚਾਂਸਿਸ ਹੈ ਕਿ ਬੱਚੇ ਦੀ ਹਾਈਟ ਅੱਛੀ ਹੋਏਗੀ, ਅਗਰ ਉਹ 2-3 ਬਿਮਾਰੀਆਂ ਨਹੀਂ ਹੈਗੀਆਂ ਜਿਹੜੀਆਂ ਮੈਂ ਪਹਿਲੇ ਲਿੱਤੀਆਂ। ਪਲੱਸ ਬੱਚੇ ਨੂੰ ਅੱਛੀ ਤਰ੍ਹਾਂ ਸਪੋਰਟਸ ਦੇ ਵਿੱਚ ਪਾਰਟੀਸਪੇਟ ਕਰਵਾਉਣਾ ਚਾਹੀਦਾ ਹੈ। उससे ना थोड़ा जिहा अबाउट 10% जो प्रडिक्टेड हाइट सपोज 5-6 है तो 5-7 5-8 तक पहुंच सकता है अगर बच्चा इज़ गुड स्पोर्ट्समैन, जिस तरह 5-6 साल जो ग्रोइंग एज होंगी है, अच्छी तरह स्टडीज़ तो इलावा इक्वली स्पोर्ट्स वाल फिजिकल फिटनेस वाल ध्यान देवे तो थोड़ा जिहा इंप्रूवमेंट की जा सकती है, नॉट ड्रास्टिक इंप्रूवमेंट। ਇਸ ਦੇ ਨਾਲ ਹੀ ਸਰ ਸ਼ਰਨ ਜੀ ਦਾ ਇੱਕ ਸਵਾਲ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਹੈ 2 ਸਾਲ ਦੀ ਹੋ ਗਈ ਹੈ, ਬਟ ਉਹ ਜਿਹੜੀ ਹੈ ਗੱਲਾਂ ਨਹੀਂ ਕਰਦੀ ਹੈ, ਤੇ ਓਨਲੀ ਜਿਹੜਾ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਕਿ ਓਨਲੀ ਸਿਰਫ ਜਿਹੜਾ ਮੰਮਾ ਪਾਪਾ ਬੋਲਦੀ ਹੈ। ਤੇ ਸਰ ਜਿਸ ਡਾਕਟਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੋਣੀ ਹੈ ਤੇ ਉਹਨਾਂ ਨੇ ਇਹ ਦੱਸਿਆ ਉਹਨਾਂ ਨੂੰ ਕਿ ਕੁਝ ਵੈਸੇ ਵੀ ਬੱਚੇ ਦੇਰ ਤੋਂ ਬੋਲਣਾ ਸ਼ੁਰੂ ਕਰਦੇ ਆ, ਤੇ ਇਸ ਨੂੰ ਲੈ ਕੇ ਕੀ ਹੋ ਸਕਦਾ ਹੈ, ਹੋਰ ਕੀ ਰੀਜ਼ਨ ਹੋ ਸਕਦਾ ਹੈ? ਜਿਹੜੀ ਸਪੀਚ ਡਿਵੈਲਪਮੈਂਟ ਇਜ਼ ਵੇਰੀਏਬਲ, ਜੋ ਉਸਦੀ ਡਿਵੈਲਪਮੈਂਟ ਹੁੰਦੀ ਹੈ ਨਾ, ਜਿਸ ਤਰ੍ਹਾਂ 2 ਸਾਲ ਤੇ ਵੈਸੇ 3 ਵਰਡ ਦਾ ਸੈਂਟੈਂਸ ਬੋਲਣਾ ਜ਼ਰੂਰੀ ਹੁੰਦਾ ਹੈ, ਪਰ ਅਸੀਂ ਜੋ ਤੁਸੀਂ ਘਰ ਵੀ ਅਸੈਸ ਕਰ ਸਕਦੇ ਹੋ, ਅਗਰ ਬੱਚੇ ਦੀ ਹੀਅਰਿੰਗ ਨੋਰਮਲ ਹੈ, ਇੰਟੈਲੀਜੈਂਸ ਇਜ਼ ਨੋਰਮਲ, ਬਾਕੀ ਮਾਈਲਸਟੋਨ ਉਹਨੇ ਨੋਰਮਲ ਏਜ ਦੇ ਉੱਤੇ ਅਚੀਵ ਕੀਤੇ ਹੈ, ਤੇ ਫਿਰ ਅਸੀਂ ਉਸਦਾ ਇੱਕ ਅਸੈਸਮੈਂਟ, ਇੱਕ ਔਟਿਜ਼ਮ ਪ੍ਰੋਬਲਮ ਹੁੰਦੀ ਹੈ ਜਿਹੜੀ ਕਿ ਇੱਕ ਡਿਜ਼ੀਜ਼ ਨਹੀਂ ਹੈ, ਜਿਹੜੀ ਮਤਲਬ ਔਟਿਜ਼ਮ ਸਪੈਕਟਰਮ ਡਿਸਆਰਡਰ ਹੈ, ਅੱਜ ਕੱਲ੍ਹ ਉਸਦਾ ਰੇਂਜ ਹੈਗੀ ਹੈ, ਉਹ ਉਸਦਾ ਅਸੈਸ ਹੋਣਾ ਚਾਹੀਦਾ ਕਿ ਕਿਤੇ ਉਹ ਉਸਦੇ ਵਿੱਚ ਫਿੱਟ ਤਾਂ ਨਹੀਂ ਪੈਂਦਾ। ਅਗਰ ASD ਕੋਈ ਹੈਗਾ ਤਾਂ ਫਿਰ ਸਾਨੂੰ ਅਕੋਰਡਿੰਗਲੀ ਉਸਦੇ ਵਾਸਤੇ ਬਿਹੇਵੀਅਰ ਥੈਰੇਪੀ ਔਰ ਕਈ ਥੈਰੇਪੀਜ਼ ਹੁੰਦੀਆਂ, ਫਿਰ ਇੱਕ ਡਿਫਰੈਂਟ ਅਪਰੋਚ ਹੋ ਜਾਂਦੀ ਹੈ। ਮਤਲਬ ਕਿ ਕਈ ਵਾਰ ਫੈਮਿਲੀਅਲ ਥੋੜ੍ਹਾ ਜਿਹਾ ਡਿਲੇ ਹੁੰਦਾ ਹੈ, ਸਪੀਚ ਪੇਰੈਂਟਸ ਲੇਟ ਬੋਲੇ ਹੁੰਦੇ ਆ, ਤੇ ਪਰ ਦੇ ਕੈਨ ਵੇਟ ਫॉर ਮੈਕਸਿਮਮ ਆਫ 3 ਮੰਥਸ। ਅਗਰ ਨਹੀਂ 3 ਵਰਡ ਦਾ ਸੈਂਟੈਂਸ ਆਉਂਦਾ ਤਾਂ ਫਿਰ ਉਸਦਾ ਔਟਿਜ਼ਮ ਵਾਸਤੇ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਰਨ ਉੱਪਲ ਜੀ ਦਾ ਇੱਕ ਸਵਾਲ ਹੈ ਕਿ ਉਹਨਾਂ ਦੇ ਜਿਹੜੇ ਬੱਚਾ ਹੈ ਉਹ 3 ਸਾਲ ਦਾ ਹੈ ਤੇ ਡਿਊ ਟੂ ਮਿਲਕ ਐਲਰਜੀ ਹੀ ਇਜ਼ ਨਾਟ ਗੇਨਿੰਗ ਇਨਫ weight, ਵਾਟ ਸ਼ੁੱਡ ਵੀ ਡੂ ਫॉर ਹਿਸ ਹੈਲਥ? ਕਿ weight ਨਹੀਂ ਹੁਣ ਜਿਹੜਾ ਹੈ ਇਨਫ weight ਜਿਹੜਾ ਨਹੀਂ ਹੋ ਰਿਹਾ ਹੈ, ਤੇ ਸ਼ਾਇਦ ਉਹਨਾਂ ਨੇ ਦੱਸਿਆ ਵੀ ਹੈ ਕਿ ਡਿਊ ਟੂ ਮਿਲਕ ਐਲਰਜੀ। ਨਹੀਂ ਦੇਖੋ ਉੱਪਲ ਜੀ, ਮਿਲਕ ਦਾ ਜੋ ਇੰਪੋਰਟੈਂਸ ਹੈਗੀ ਨਾ ਡਾਈਟ 'ਚ, ਪੇਰੈਂਟਸ ਵਾਸਤੇ ਮਿਸਕਨਸੈਪਸ਼ਨ ਹੈ ਕਿ ਮਿਲਕ ਬਹੁਤ ਇੰਪੋਰਟੈਂਟ ਪਾਰਟ ਹੈ ਡਾਈਟ ਦਾ, ਪਰ ਜੋ ਸਾਇੰਟੀਫਿਕਲੀ ਹੈਗਾ ਕਿ ਇਟ ਕਨਸਟੀਟਿਊਟ ਓਨਲੀ 10% ਆਫ ਦਾ ਹੈਲਦੀ ਡਾਈਟ। ਜੇ ਪੇਰੈਂਟਸ ਨਹੀਂ ਵੀ ਲੈਂਦੇ ਤਾਂ ਇਟ ਕੈਨ ਬੀ ਸਬਸਟੀਟਿਊਟਿਡ ਬਾਏ, ਜਿਸ ਤਰ੍ਹਾਂ ਤੁਸੀਂ ਐਗ ਦੇ ਸਕਦੇ ਹੋ, ਸੋਇਆ ਪ੍ਰੋਟੀਨ ਦੇ ਸਕਦੇ ਹੋ, ਮਤਲਬ ਕਿ ਮਿਲਕ ਜ਼ਰੂਰੀ ਨਹੀਂ ਹੈਗਾ, ਤੁਸੀਂ ਆਪਣੇ ਮਨ 'ਚੋਂ ਨਿਕਾਲ ਦਿਓ ਮਿਲਕ ਨਹੀਂ ਬੱਚਾ ਪੀਏਗਾ। ਇਟ ਕੈਨ ਬੀ ਬੱਚਾ ਦੀ ਜੋ ਨੋਰਮਲ ਹੈਲਦੀ ਡਾइट ਅਚੀਵ ਹੋ ਸਕਦੀ ਹੈ, ਪਲੱਸ ਉਸਦਾ ਜੋ ਨੋਰਮਲ ਗਰੋਥ ਪੋਟੈਂਸ਼ੀਅਲ ਅਚੀਵ ਹੋ ਸਕਦਾ ਹੈ ਮਿਲਕ ਤੋਂ ਬਿਨਾ। ਤੁਸੀਂ ਮਨ ਦੇ ਵਿੱਚੋਂ ਨਿਕਾਲ ਦਿਓ ਕਿ ਮਿਲਕ ਨਹੀਂ ਪੀ ਰਿਹਾ ਤੇ ਉਹ ਬੱਚਾ ਵੀਕ ਰਹਿ ਜਾਏਗਾ। ਦਿਸ ਇਜ਼ ਟੋਟਲੀ ਮਿਸਕਨਸੈਪਸ਼ਨ। ਇਸ ਦੇ ਨਾਲ ਹੀ ਸਰ ਇੱਕ ਹੋਰ ਸਵਾਲ ਹੈ ਸੁਪਰਨਪ੍ਰੀਤ ਕੌਰ ਵੱਲੋਂ ਕਿ ਉਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ, ਪੁੱਛਿਆ ਜਾ ਰਿਹਾ ਕਿ ਪ੍ਰੋਪਰ ਵੇ ਹੈ ਤੇ ਕਿੰਨੀ ਕੁ ਜਿਹੜੀ ਅਮਾਉਂਟ ਦੇ ਵਿੱਚ ਜਿਹੜੇ ਨਟਸ ਬੱਚਿਆਂ ਦੀ ਡਾਈਟ ਦੇ ਵਿੱਚ ਜਿਹੜੇ ਇਨਕਲੂਡ ਕਰਨੇ ਚਾਹੀਦੇ, ਜਿਹੜਾ ਸੁਪਰਨਪ੍ਰੀਤ ਕੌਰ ਵੱਲੋਂ ਜਿਹੜਾ ਸਵਾਲ ਕੀਤਾ ਜਾ ਰਿਹਾ। ਨਟਸ ਨੋਰਮਲੀ ਫਸਟ ਈਅਰ ਦੇ ਵਿੱਚ ਅਵੋਇਡ ਕਰਨੇ ਚਾਹੀਦੇ ਹੈ। ਸੈਕੰਡ ਈਅਰ ਦੇ ਵਿੱਚ ਇਟ ਕੈਨ ਬੀ ਇੰਟਰੋਡਿਊਸ, ਜਿਸ ਤਰ੍ਹਾਂ ਐਲਮੰਡ ਵਗੈਰਾ ਤੁਸੀਂ ਉਹਨੂੰ ਜਿਸ ਤਰ੍ਹਾਂ ਰਾਤ ਨੂੰ ਸੋਕ ਕਰ ਦਿਓ, ਸਵੇਰੇ ਅਪ ਟੂ 4 to 5 ਨਟਸ ਐਟ ਦਾ 2 years of age is sufficient। ਤੇ ਇਸ ਦੇ ਨਾਲ ਹੀ ਸਰ
ਇਹਨਾਂ ਵੱਲੋਂ ਇੱਕ ਹੋਰ ਸਵਾਲ, ਇਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਕਿਉਂਕਿ ਸਿਰ ਵੈਸੇ ਵੀ ਜਿਹੜਾ ਕੋਵਿਡ ਦਾ ਵੀ ਦੌਰ ਚੱਲ ਰਿਹਾ, ਪਿਛਲੇ 1.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਤੇ ਇਸ ਟਾਈਮ ਦੇ ਦੌਰਾਨ ਬੱਚਿਆਂ ਦੀ ਜਿਹੜੀ ਇਮਿਊਨਿਟੀ ਹੈ ਉਹ ਕਿਵੇਂ ਬੂਸਟ ਕੀਤੀ ਜਾ ਸਕਦੀ, ਕੀ ਕੁਝ ਡਾਈਟ ਦੇ ਵਿੱਚ ਇਨਕਲੂਡ ਕਰਕੇ, ਬਾਕੀ ਕੀ ਕੁਝ ਜਿਹੜੀਆਂ ਆਦਤਾਂ ਨੇ ਉਸ ਨੂੰ ਅਪਣਾ ਕੇ ਜਿਹੜੇ ਬੱਚਿਆਂ ਦੀ ਇਮਿਊਨਿਟੀ ਹੈ ਉਸ ਨੂੰ ਬੂਸਟ ਕੀਤਾ ਜਾ ਸਕਦਾ ਹੈ? देखो, हेल्दी न्यूट्रिशन इज़ द फर्स्ट थिंग. हेल्दी न्यूट्रिशन प्लस एक्सरसाइज, स्पोर्ट्स प्लस गुड एटमोसफेयर एट हाउस. मीन जिस तरह कई बार ਹੁੰਦਾ ਕਿ ਹਾਊਸ ਦੇ ਵਿੱਚ ਪੇਰੈਂਟਸ ਆਰ ਟੈਂਸ ਬਿਕੋਜ਼ ਆਫ ਕੋਵਿਡ, ਆਊਟਸਾਈਡ ਕੋਵਿਡ. ਉਹ ਟੈਨਸ਼ਨ ਘਰ ਲੈ ਕੇ ਨਹੀਂ ਆਣੀ ਚਾਹੀਦੀ. ਤੁਸੀਂ ਟੈਂਸ ਹੋ ਪਰ ਬੱਚਿਆਂ ਸਾਹਮਣੇ ਯੂ ਸ਼ੁਡ ਪਲੇ ਵਿਦ them, ਯੂ ਸ਼ੁਡ ਹੈਵ ਦਾ ਨਾਰਮਲ ਬਿਹੇਵੀਅਰ ਵਿਦ ਦ ਚਿਲਡਰਨ. ਬਾਕੀ ਅਗਰ ਡਾਈਟ ਅੱਛੀ ਹੈ ਤੇ ਬੱਚਿਆਂ 'ਚ ਇਮਿਊਨਿਟੀ ਲੈਵਲ ਆਪਣੇ ਆਪ ਅੱਛਾ ਡਿਵੈਲਪ ਹੋ ਜਾਂਦਾ ਹੈ. ਪਲੱਸ ਜਿਸ ਤਰ੍ਹਾਂ ਕੁਝ ਸਪਲੀਮੈਂਟ ਉਹਨਾਂ ਦੇ ਡਾਕਟਰ ਨੇ ਲਿਖੇ ਹੋਣਗੇ, ਵਿਟਾਮਿਨ ਡੀ ਵਗੈਰਾ ਐਕਸੈਟਰਾ, ਕੋਈ ਉਹ ਕੰਟੀਨਿਊ ਕਰ ਸਕਦੇ ਆ. ਸਰ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਤੁਸੀਂ ਜੋ ਵੀ ਪੇਰੈਂਟਸ ਦੀ ਕੁਐਰੀਜ਼ ਸੀਗੀਆਂ, ਉਹਨਾਂ ਦੇ ਜੋ ਵੀ ਡਾਊਟ ਸੀ ਉਹ ਤੁਸੀਂ ਕਲੀਅਰ ਕੀਤੇ ਨੇ. ਬਹੁਤ ਧੰਨਵਾਦ ਸਰ. ਥੈਂਕ ਯੂ. ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਚਾਈਲਡ ਸਪੈਸ਼ਲਿਸਟ ਡਾਕਟਰ ਰਾਜੀਵ ਵਰਮਾ ਜੀ ਨਾਲ, ਜੋ ਲੋਕਾਂ ਦੇ ਮਨ ਦੇ ਵਿੱਚ, ਪੇਰੈਂਟਸ ਦੇ ਮਨ ਦੇ ਵਿੱਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਜਿਹੜੇ ਸਵਾਲ ਚੱਲ ਰਹੇ ਸਨ, ਲਗਾਤਾਰ ਜਿਹੜੀ ਚਿੰਤਾ ਬਣੀ ਹੋਈ ਸੀ. ਫਿਰ ਚਾਹੇ ਗੱਲ ਹੋਵੇ ਕੋਵਿਡ ਦੀ, ਡੇਂਗੀ ਨੂੰ ਲੈ ਕੇ, ਵਾਇਰਲ ਫਲੂ ਨੂੰ ਲੈ ਕੇ, ਉਹ ਵੀ ਜਿਹੜੇ ਨੇ ਆਪਾਂ ਸਵਾਲ ਕੀਤੇ ਨੇ, ਲਗਾਤਾਰ ਤੁਸੀਂ ਵੀ ਜਵਾਬ ਜਿਹੜੇ ਸੁਣੇ ਹੋਣੇ ਆ. ਤੇ ਉਸ ਤੋਂ ਇਲਾਵਾ ਜੋ ਅਸੀਂ ਪੋਸਟ ਪਾਈ ਸੀ ਜਿਸ ਦੇ ਵਿੱਚ ਲੋਕਾਂ ਦੀ ਵੀ ਬਹੁਤ ਸਾਰੀ ਕੁਐਰੀਜ਼ ਸਨ ਆਪਣੇ ਬੱਚਿਆਂ ਦੀ ਸਿਹਤ ਤੋਂ ਸੰਬੰਧਿਤ, ਤੇ ਉਹ ਡਾਊਟਸ ਵੀ ਉਮੀਦ ਕਰਦੇ ਹਾਂ ਤੁਹਾਡੇ ਦੂਰ ਹੋ ਗਏ ਹੋਣਗੇ. ਇਸੇ ਤਰੀਕੇ ਨਾਲ ਹੋਰ ਵੀ ਜਿਹੜੀਆਂ ਖਬਰਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ. ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ.